मैं अलका सिंगला वोकेशनल ट्रेनर ब्यूटी एंड वैलनेस सरकारी सीनियर सैकेंडरी स्मार्ट स्कूल छापा बरनाला NSQF पंजाब स्कूल एजुकेशन बोर्ड ਵੱਲੋਂ ਤੁਹਾਡਾ ਸਭ ਦਾ ਨਿੱਘਾ ਸਵਾਗਤ ਕਰਦੀ ਹਾਂ। ਅੱਜ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਸਕਿਨ ਜਾਂ ਚਮੜੀ ਕੀ ਹੁੰਦੀ ਹੈ। ਸਕਿਨ ਸਾਡੀ ਬਾਡੀ ਦਾ ਸਭ ਤੋਂ ਵੱਡਾ ਆਰਗਨ ਹੈ। ਇਹ ਸਾਡੇ ਇੰਟੀਗੂਮੈਂਟਰੀ ਸਿਸਟਮ ਦਾ ਇੱਕ ਪਾਰਟ ਹੈ। ਸਾਡੇ ਇੰਟੀਗੂਮੈਂਟਰੀ ਸਿਸਟਮ ਵਿੱਚ ਆਉਂਦੇ ਹਨ ਸਕਿਨ, ਹੇਅਰਸ, ਨੇਲਸ ਅਤੇ ਨਰਵਸ। ਜਿਸ ਤਰ੍ਹਾਂ ਸਾਡੇ ਸਿਸਟਮ ਵਿੱਚ ਬ੍ਰੇਨ, ਹਾਰਟ ਅਤੇ ਹੋਰ ਆਰਗਨਸ ਪ੍ਰੈਜ਼ੈਂਟ ਹਨ ਅਤੇ ਆਪਣਾ ਕੰਮ ਕਰਦੇ ਹਨ, ਉਸੇ ਤਰ੍ਹਾਂ ਹੀ ਚਮੜੀ ਵੀ ਇੱਕ ਆਰਗਨ ਹੈ ਅਤੇ ਇਸ ਦੇ ਵੀ ਆਪਣੇ ਕੰਮ ਹਨ। ਇਸ ਨੇ ਸਾਡੇ ਸਰੀਰ ਦੇ ਵਿੱਚ ਜਿੰਨੀਆਂ ਵੀ ਹੱਡੀਆਂ, ਮਸਲਸ, ਲਿਗਾਮੈਂਟਸ ਅਤੇ ਆਰਗਨਸ ਹਨ, ਉਹਨਾਂ ਨੂੰ ਕਵਰ ਕੀਤਾ ਹੋਇਆ ਹੈ। ਸਕਿਨ ਤੋਂ ਬਿਨਾਂ ਅਸੀਂ ਆਪਣੇ ਜੀਵਨ ਦੀ ਕਲਪਨਾ ਵੀ ਨਹੀਂ ਕਰ ਸਕਦੇ। ਸਾਡੇ ਆਲੇ ਦੁਆਲੇ ਜਾਂ ਸਾਡੇ ਐਟਮੋਸਫੇਅਰ ਵਿੱਚ ਬਹੁਤ ਸਾਰੇ ਵਾਇਰਸ ਅਤੇ ਬੈਕਟੀਰੀਆ ਹੁੰਦੇ ਹਨ। ਇਹ ਉਹਨਾਂ ਨੂੰ ਅੰਦਰ ਜਾਣ ਤੋਂ ਰੋਕਦੀ ਹੈ ਅਤੇ ਆਪਣੇ ਇੰਟਰਨਲ ਸਿਸਟਮ ਨੂੰ ਨੁਕਸਾਨ ਤੋਂ ਬਚਾਉਂਦੀ ਹੈ। ਆਮ ਤੌਰ 'ਤੇ ਸਕਿਨ ਦੀ ਥਿਕਨੈਸ ਜਾਂ ਮੋਟਾਈ 2 mm ਤੋਂ 3 mm ਤੱਕ ਹੁੰਦੀ ਹੈ, ਪਰੰਤੂ ਕਿਤੇ ਕਿਤੇ ਇਸ ਦੀ ਮੋਟਾਈ ਜ਼ਿਆਦਾ ਅਤੇ ਕਿਤੇ ਕਿਤੇ ਇਸ ਦੀ ਮੋਟਾਈ ਜਾਂ ਥਿਕਨੈਸ ਘੱਟ ਹੁੰਦੀ ਹੈ। ਸਾਡੇ ਹੱਥ ਦੀ ਹਥੇਲੀ ਅਤੇ ਪੈਰਾਂ ਦੇ ਤਲਿਆਂ 'ਤੇ ਇਸ ਦੀ ਮੋਟਾਈ 5 mm ਤੱਕ ਹੁੰਦੀ ਹੈ ਅਤੇ ਅੱਖਾਂ ਦੇ ਨਿਚਲੇ ਹਿੱਸੇ ਦੀ ਮੋਟਾਈ 0.5 mm ਤੱਕ ਹੁੰਦੀ ਹੈ। ਇਹ ਵੱਖ-ਵੱਖ ਟਿਸ਼ੂਜ਼ ਨੂੰ ਜੋੜ ਕੇ ਸਰੀਰ ਦੇ ਕੰਮ ਵਿੱਚ ਮਦਦ ਕਰਦੀ ਹੈ। ਇਹ ਟਫ ਹੈ, ਵਾਟਰਪ੍ਰੂਫ ਹੈ। ਇਸ ਦਾ ਮਤਲਬ ਇਹ ਹੈ ਕਿ ਚਮੜੀ ਦੇ ਪਾਣੀ ਪੈਣ ਨਾਲ ਇਹ ਖਰਾਬ ਨਹੀਂ ਹੁੰਦੀ। ਇਹ ਵਾਸ਼ੇਬਲ ਹੈ, ਮਤਲਬ ਕਿ ਅਸੀਂ ਰੋਜ਼ ਨਹਾਉਂਦੇ ਹਾਂ ਅਤੇ ਪਾਣੀ ਪੈਣ ਨਾਲ ਇਹ ਟੁੱਟਦੀ ਨਹੀਂ। ਇਸ ਦਾ ਭਾਰ ਯਾਨੀ ਚਮੜੀ ਦਾ ਭਾਰ ਲਗਭਗ ਆਪਣੇ ਸਰੀਰ ਦੇ ਭਾਰ ਦਾ 15% ਹੁੰਦਾ ਹੈ। ਉਦਾਹਰਨ ਦੇ ਤੌਰ 'ਤੇ ਜੇ ਕਿਸੇ ਵਿਅਕਤੀ ਦਾ ਵਜ਼ਨ 100 ਕਿਲੋ ਹੈ ਤਾਂ ਉਸ ਦੀ ਚਮੜੀ ਦਾ ਭਾਰ 15 ਕਿਲੋ ਹੈ। ਹੁਣ ਆਪਾਂ ਗੱਲ ਕਰਾਂਗੇ ਐਪੀਡਰਮਿਸ ਅਤੇ ਇਸ ਦੀਆਂ ਲੇਅਰਸ ਬਾਰੇ ਜਾਂ ਪਰਤਾਂ ਬਾਰੇ। ਐਪੀਡਰਮਿਸ ਵਿੱਚ ਐਪੀ ਦਾ ਅਰਥ ਹੁੰਦਾ ਹੈ ਬਾਹਰ ਅਤੇ ਡਰਮਿਸ ਦਾ ਅਰਥ ਹੁੰਦਾ ਹੈ ਸਕਿਨ। ਇਹ ਸਭ ਤੋਂ ਉੱਪਰਲੀ ਪਰਤ ਹੁੰਦੀ ਹੈ ਜਿਸ ਨੂੰ ਅਸੀਂ ਦੇਖ, ਛੂਹ ਅਤੇ ਫੀਲ ਕਰ ਸਕਦੇ ਹਾਂ। ਇਹ ਬਹੁਤ ਸਾਰੇ ਟਿਸ਼ੂਜ਼ ਨੂੰ ਜੋੜ ਕੇ ਬਣਦੀ ਹੈ। ਟਿਸ਼ੂਜ਼ ਜੋ ਕਿ ਬਹੁਤ ਸਾਰੇ ਸੈੱਲਾਂ ਨੂੰ ਜੋੜ ਕੇ ਬਣਦੇ ਹਨ। ਐਪੀਡਰਮਿਸ ਇੱਕ ਅਜਿਹੀ ਲੇਅਰ ਹੈ ਜਿਸ ਵਿੱਚ ਬਲੱਡ ਸਪਲਾਈ ਪ੍ਰੈਜ਼ੈਂਟ ਨਹੀਂ ਹੁੰਦੀ। ਇਸ ਦੇ ਸੈੱਲ ਨੂੰ ਨਰਿਸ਼ਮੈਂਟ ਡਰਮਿਸ ਲੇਅਰ ਦੇ ਥਰੂ ਮਿਲਦਾ ਹੈ। ਇਸ ਦੀ ਥਿਕਨੈਸ ਜਾਂ ਮੋਟਾਈ ਲਗਭਗ 0.1 mm ਹੁੰਦੀ ਹੈ। ਇਸ ਦਾ ਮੁੱਖ ਕੰਮ ਹੈ ਪ੍ਰੋਟੈਕਸ਼ਨ ਜਾਂ ਸੁਰੱਖਿਆ ਕਰਨਾ, ਤਾਂ ਕਿ ਸੂਖਮ ਜੀਵ ਸਾਡੇ ਸਰੀਰ ਦੇ ਅੰਦਰ ਪ੍ਰਵੇਸ਼ ਨਾ ਕਰ ਸਕਣ। ਇਸ ਦੀਆਂ 5 ਲੇਅਰਸ ਜਾਂ ਪਰਤਾਂ ਹੁੰਦੀਆਂ ਹਨ। ਪਹਿਲੀ ਹੈ ਸਟ੍ਰੈਟਮ ਕੋਰੇਨੀਅਮ, ਸਟ੍ਰੈਟਮ ਲੂਸੀਡਮ, ਸਟ੍ਰੈਟਮ ਗ੍ਰੈਨੂਲੋਸਮ, ਸਟ੍ਰੈਟਮ ਸਪਾਈਨੋਸਮ ਅਤੇ ਸਟ੍ਰੈਟਮ ਬੇਸੈਲ। ਇਸ ਵਿੱਚ ਸਭ ਤੋਂ ਉੱਪਰਲੀ ਪਰਤ ਹੁੰਦੀ ਹੈ ਸਟ੍ਰੈਟਮ ਕੋਰੇਨੀਅਮ ਅਤੇ ਫਿਰ ਇਸ ਤੋਂ ਬਾਅਦ ਸਟ੍ਰੈਟਮ ਲੂਸੀਡਮ ਅਤੇ ਫਿਰ ਇਸ ਤੋਂ ਬਾਅਦ ਆਉਂਦੀ ਹੈ ਗ੍ਰੈਨੂਲੋਸਮ ਅਤੇ ਫਿਰ ਸਪਾਈਨੋਸਮ ਅਤੇ ਅੰਤ ਵਿੱਚ ਸਟ੍ਰੈਟਮ ਬੇਸੈਲ। ਸਟ੍ਰੈਟਮ ਕੋਰੇਨੀਅਮ ਸਭ ਤੋਂ ਉੱਪਰ ਵਾਲੀ ਪਰਤ ਜਿਸ ਨੂੰ ਅਸੀਂ ਦੇਖ ਅਤੇ ਛੂਹ ਸਕਦੇ ਹਾਂ। ਇਸ ਦੇ ਵਿੱਚ ਕੈਰਾਟਿਨ ਪ੍ਰੋਟੀਨ ਹੁੰਦਾ ਹੈ। ਸਟ੍ਰੈਟਮ ਲੂਸੀਡਮ ਇਹ ਸਾਡੀ ਹੱਥ ਦੀ ਹਥੇਲੀ ਅਤੇ ਪੈਰ ਦੇ ਤਲਿਆਂ 'ਤੇ ਪਾਏ ਜਾਣ ਵਾਲੀ ਚਮੜੀ ਹੁੰਦੀ ਹੈ। ਇਹ ਸਾਡੇ ਬਾਕੀ ਸਾਰੇ ਸਰੀਰ ਦੇ ਵਿੱਚ ਕਿਤੇ ਵੀ ਨਹੀਂ ਪਾਈ ਜਾਂਦੀ।
ਸਟੈਟਮ ਗ੍ਰੈਨੂਲੋਸਮ ਚਮੜੀ ਦੇ ਸੈੱਲਾਂ ਨਾਲ ਬਣੇ ਹੁੰਦੇ ਹਨ ਜੋ ਚਮੜੀ ਦੀ ਪਰਤ ਦੇ ਗਠਨ ਵਿੱਚ ਯੋਗਦਾਨ ਪਾਉਂਦੇ ਹਨ ਤੇ ਕੈਰਾਟੀਨ ਨੂੰ ਉੱਪਰ ਚਮੜੀ ਤੱਕ ਜਾਣ ਵਿੱਚ ਮਦਦ ਕਰਦੇ ਹਨ। ਸਟੈਟਮ ਸਪਾਈਨੋਸਮ ਸੈੱਲਾਂ ਨੂੰ ਮਾਈਕਰੋਸਕੋਪ ਦੀ ਮਦਦ ਨਾਲ ਥੋੜ੍ਹਾ ਜਿਹਾ ਦੇਖਿਆ ਜਾ ਸਕਦਾ ਹੈ। ਸਟੇਟਮ ਬੇਸੈਲ ਇਸ ਨੂੰ ਜਰਮੀਨੇਟਰ ਲੇਅਰ ਵੀ ਕਿਹਾ ਜਾਂਦਾ ਹੈ। ਇਹ ਲੇਅਰ ਸਭ ਤੋਂ ਉੱਪਰ ਵਾਲੀ ਲੇਅਰ ਬਣਨ ਵਿੱਚ ਮਦਦ ਕਰਦੀ ਹੈ। ਇਸ ਵਿੱਚ ਬਹੁਤ ਸਾਰੇ ਸੈੱਲ ਕੰਮ ਕਰਦੇ ਹਨ। ਇਹ ਬੇਸ ਦੇ ਵਿੱਚ ਹੁੰਦੇ ਹਨ, ਇਸ ਲਈ ਇਸ ਨੂੰ ਸਟੇਟਮ ਬੇਸੈਲ ਕਿਹਾ ਜਾਂਦਾ ਹੈ। ਇਹ ਡਰਮਿਸ ਦੇ ਨਾਲ ਜੁੜੀ ਹੁੰਦੀ ਹੈ। ਇਹ ਕੈਰਾਟਿਨ ਨਾਮ ਦਾ ਸੈੱਲ ਬਣਾਉਂਦੇ ਹਨ ਜੋ ਉੱਪਰ ਚਮੜੀ ਤੱਕ ਪਹੁੰਚਾਇਆ ਜਾਂਦਾ ਹੈ। ਹੁਣ ਆਪਾਂ ਗੱਲ ਕਰਾਂਗੇ ਚਮੜੀ ਦੇ ਸੈੱਲ। ਚਮੜੀ ਵਿੱਚ ਮੁੱਖ ਤੌਰ 'ਤੇ 4 ਸੈੱਲ ਹੁੰਦੇ ਹਨ ਜੋ ਐਪੀਡਰਮਿਸ ਲੇਅਰ ਵਿੱਚ ਪਾਏ ਜਾਂਦੇ ਹਨ। ਇਹ ਸੈੱਲ ਹਨ ਕੈਰਾਟਿਨੋਸਾਈਟਸ, ਮੈਲਾਨੋਸਾਈਟਸ, ਲੈਂਗਹਰਸਨ ਸੈੱਲਸ ਤੇ ਮਾਰਕਲ ਸੈੱਲ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕੈਰਾਟਿਨੋਸਾਈਟਸ। ਇਹ ਮੁੱਖ ਸੈੱਲ ਹੁੰਦੇ ਹਨ। ਇਹ ਐਪੀਡਰਮਿਸ ਦੇ 95% ਹਿੱਸੇ ਵਿੱਚ ਹੁੰਦੇ ਹਨ। ਇਹਨਾਂ ਦਾ ਮੁੱਖ ਕੰਮ ਸਰੀਰ ਨੂੰ ਬਾਹਰਲੇ ਵਾਤਾਵਰਣ ਦੇ ਨੁਕਸਾਨ ਤੋਂ ਕੰਧ ਬਣ ਕੇ ਰੋਕਣਾ ਹੈ। ਇਹ ਰੋਗ ਪੈਦਾ ਕਰਨ ਵਾਲੇ ਪਦਾਰਥਾਂ ਨੂੰ ਸਰੀਰ ਦੇ ਅੰਦਰ ਜਾਣ ਤੋਂ ਰੋਕਣਾ ਵੀ ਇਸ ਦੇ ਕੰਮਾਂ ਵਿੱਚ ਸ਼ਾਮਿਲ ਹੈ। ਮੈਲਾਨੋਸਾਈਟਸ ਇਹ ਮੈਲਾਨਿਨ ਪੈਦਾ ਕਰਨ ਵਾਲੇ ਸੈੱਲ ਹੁੰਦੇ ਹਨ ਜੋ ਚਮੜੀ ਦੀ ਐਪੀਡਰਮਿਸ ਤਹਿ ਦੇ ਹੇਠਾਂ ਹੁੰਦੇ ਹਨ। ਇਹਨਾਂ ਦਾ ਮੁੱਖ ਕੰਮ ਚਮੜੀ ਨੂੰ ਰੰਗ ਦੇਣਾ ਹੈ। ਲੈਂਗਹਰਸਨ ਸੈੱਲ ਚਮੜੀ ਦੇ ਮੁਕੋਸ਼ਾਂ ਦੇ ਸੈੱਲ ਹੁੰਦੇ ਹਨ। ਇਹਨਾਂ ਵਿੱਚ ਵੱਡੀ ਗਿਣਤੀ ਵਿੱਚ ਕਣ ਹੁੰਦੇ ਹਨ ਜਿਨ੍ਹਾਂ ਨੂੰ ਲੀਰਬੈਕ ਕਣ ਵੀ ਕਿਹਾ ਜਾਂਦਾ ਹੈ। ਇਹ ਐਪੀਡਰਮਿਸ ਦੀਆਂ ਸਾਰੀਆਂ ਤਹਿਾਂ ਵਿੱਚ ਮੌਜੂਦ ਹੁੰਦੇ ਹਨ। ਮਰਕਲ ਸੈੱਲ ਇਹ ਛੋਣ ਤੇ ਸੰਵੇਦਨਸ਼ੀਲ ਭਾਗਾਂ ਵਿੱਚ ਵੱਧ ਹੁੰਦੇ ਹਨ ਜਿਵੇਂ ਕਿ ਸਾਡੀ ਉਂਗਲਾਂ ਦੇ ਸਿਰੇ ਤੇ ਸਾਡੇ ਬੁੱਲ। ਇਹ ਸੰਵੇਦੀ ਨਾੜਾਂ ਨਾਲ ਜੜ ਤੋਂ ਜੁੜੇ ਹੁੰਦੇ ਹਨ ਤੇ ਹਲਕੀ ਛੋਹ ਸੰਵੇਦਨਾ ਲਈ ਜ਼ਿੰਮੇਦਾਰ ਹੁੰਦੇ ਹਨ। ਕੋਲਾਜਨ ਫਾਈਬਰ ਇਹ ਸੈੱਲ ਸਾਡੀ ਚਮੜੀ ਨੂੰ ਕਠੋਰਤਾ ਤੇ ਤਾਕਤ ਪ੍ਰਦਾਨ ਕਰਦੇ ਹਨ। ਇਲਾਸਟਿਨ ਸੈੱਲ ਇਹ ਸਾਡੀ ਚਮੜੀ ਨੂੰ ਲਚਕ ਦਿੰਦੇ ਹਨ। ਇਹ ਇੱਕ ਜੈਲ ਦੁਆਰਾ ਬੰਨੇ ਹੋਏ ਹਨ ਜਿਸ ਵਿੱਚ ਪੋਸ਼ਕ ਤੱਤ ਰਹਿੰਦ ਖੂਹਣ ਹੋਰ ਟਿਸ਼ੂਆਂ ਵਿੱਚ ਵੱਖ ਹੋ ਸਕਦੇ ਹਨ। ਡਰਮਿਸ ਵਿੱਚ ਨਾੜੀਆਂ, ਖੂਨ ਦੀਆਂ ਨਾੜੀਆਂ ਤੇ ਹੋਰ ਕਈ ਤਰ੍ਹਾਂ ਦੇ ਸੈੱਲ ਹੁੰਦੇ ਹਨ। ਮਸਟ ਸੈੱਲ ਇਹਨਾਂ ਵਿੱਚ ਹਿਸਟਾਮਾਈਨ ਤੇ ਹੋਰ ਰਸਾਇਣਾਂ ਨਾਲ ਭਰੇ ਗ੍ਰੈਨੂਲਸ ਹੁੰਦੇ ਹਨ। ਵਸਕੂਲਰ ਸਮੂਥ ਮਸਲ ਸੈੱਲ ਖੂਨ ਦੀਆਂ ਨਾੜੀਆਂ ਨੂੰ ਸਰੀਰ ਦੇ ਤਾਪਮਾਨ ਨੂੰ ਨਿਯੰਤਰਿਤ ਕਰਨ ਲਈ ਲੋੜੀਂਦੇ ਸੰਕੁਚਿਤ ਹੋਣ ਤੇ ਵਿਕਾਰ ਕਰਨ ਦੀ ਆਗਿਆ ਦਿੰਦੇ ਹਨ। ਸਪੈਸ਼ਲਾਈਜ਼ਡ ਮਸਕੂਲਰ ਸੈੱਲ ਪਸੀਨੇ ਦੀਆਂ ਗਲੈਂਡ ਦੇ ਦੁਆਲੇ ਪਾਏ ਜਾਂਦੇ ਹਨ। ਫਾਈਬਰਬਲਾਸਟ ਇਹ ਉਹ ਸੈੱਲ ਹੁੰਦੇ ਹਨ ਜੋ ਵਿਕਾਸ ਦੇ ਲਈ ਜਾਂ ਜ਼ਖਮਾਂ ਦੀ ਮੁਰੰਮਤ ਕਰਨ ਲਈ ਜ਼ਰੂਰੀ ਕੋਲਾਜਨ ਤੇ ਡਰਮਿਸ ਦੇ ਹੋਰ ਤੱਤ ਪੈਦਾ ਕਰਦੇ ਹਨ ਤੇ ਜਮ੍ਹਾਂ ਕਰਦੇ ਹਨ। ਇਮਿਊਨ ਸੈੱਲ ਇਸ ਵਿੱਚ ਅਸਥਾਈ ਜਨਨਸ਼ੀਲ ਸੈੱਲ ਜਾਂ ਲਿਊਕੋਮਾਈਟਸ ਚਿੱਟੇ ਸੈੱਲ ਹੁੰਦੇ ਹਨ ਜੋ ਖੂਨ ਦੀਆਂ ਨਾੜੀਆਂ ਨੂੰ, ਜ਼ਖਮਾਂ ਨੂੰ ਚੰਗਾ ਕਰਨ ਲਈ ਲਾਗਾਂ ਨੂੰ ਨਸ਼ਟ ਕਰਨ ਵਿੱਚ ਮਦਦ ਕਰਦੇ ਹਨ ਜੋ ਬਿਮਾਰੀ ਦਾ ਕਾਰਨ ਬਣਨ ਲਈ ਛੱਡ ਦਿੰਦੇ ਹਨ। ਸਕਿਨ ਟਾਈਪਸ ਯਾਨੀ ਚਮੜੀ ਦੀਆਂ ਕਿਸਮਾਂ। ਚਮੜੀ ਦੀਆਂ ਕਿਸਮਾਂ ਹਨ ਨਾਰਮਲ ਸਕਿਨ, ਡਰਾਈ ਸਕਿਨ, ਸੈਂਸਿਟਿਵ ਸਕਿਨ, ਮੈਚਿਓਰਡ ਸਕਿਨ, ਆਇਲੀ ਸਕਿਨ ਤੇ ਕੰਬੀਨੇਸ਼ਨ ਸਕਿਨ। ਨਾਰਮਲ ਸਕਿਨ ਇਸ ਸਕਿਨ ਨੂੰ ਅਦਰ ਸਕਿਨ ਮੰਨਿਆ ਜਾਂਦਾ ਹੈ। ਇਸ ਦਾ pH ਲੈਵਲ 5.5 ਤੋਂ 5.8 ਦੇ ਵਿਚਕਾਰ ਹੁੰਦਾ ਹੈ। ਇਹ ਚਮੜੀ ਬਹੁਤ ਨਰਮ ਹੁੰਦੀ ਹੈ। ਡਰਾਈ ਸਕਿਨ ਇਹ ਸਬਕੇਸ਼ੀਅਸ ਗਲੈਂਡ ਦੇ ਘੱਟ ਐਕਟਿਵ ਹੋਣ ਕਾਰਨ ਹੁੰਦੀ ਹੈ। ਇਸ ਵਿੱਚ ਉਮਰ ਨਾਲ ਲਚਕੀਲਾਪਨ ਘਟ ਜਾਂਦਾ ਹੈ। ਇਹ ਪਾਣੀ ਦੀ ਕਮੀ ਕਾਰਨ ਵੀ ਹੁੰਦਾ ਹੈ। ਐਲਰਜਿਕ ਤੇ ਸੈਂਸਿਟਿਵ ਸਕਿਨ ਇਹ ਬਹੁਤ ਜ਼ਿਆਦਾ ਸੰਵੇਦਨਸ਼ੀਲ ਹੁੰਦੀ ਹੈ। ਗਰਮੀ, ਸਰਦੀ ਅਤੇ ਹਵਾ ਦਾ ਇਸ 'ਤੇ ਬਹੁਤ ਜਲਦੀ ਅਸਰ ਪੈਂਦਾ ਹੈ। ਕੰਬੀਨੇਸ਼ਨ ਸਕਿਨ
ਇਸ ਵਿੱਚ ਟੀ ਜ਼ੋਨ ਹਿੱਸੇ ਵਿੱਚ ਤੇਲ ਜ਼ਿਆਦਾ ਉੱਭਰ ਕੇ ਆਉਂਦਾ ਹੈ। ਆਇਲੀ ਸਕਿਨ, ਇਸ ਵਿੱਚ ਓਪਨ ਪੋਰਸ ਕਾਰਨ ਪਿੰਪਲਸ, ਬਲੈਕ ਹੈਡਸ ਆਦਿ ਜ਼ਿਆਦਾ ਆਉਂਦੇ ਹਨ ਤੇ ਇਹ ਨੱਕ ਅਤੇ ਠੋਡੀ ਦੇ ਆਲੇ ਦੁਆਲਾ ਜ਼ਿਆਦਾ ਦਿਖਾਈ ਦਿੰਦੇ ਹਨ। ਮੈਚੁਰਡ ਸਕਿਨ, ਇਹ ਉਮਰ ਦੇ ਵਾਧੇ ਨਾਲ ਚਿਹਰੇ ਉੱਤੇ ਪੈਣ ਵਾਲੇ ਪ੍ਰਭਾਵਾਂ ਕਾਰਨ ਹੁੰਦੀ ਹੈ। ਇਹ ਇੱਕ ਕੁਦਰਤੀ ਪ੍ਰਕਿਰਿਆ ਹੈ। ਇੱਕ ਚਮੜੀ ਦੀ ਸਕਿਨ ਦੀ ਆਪਣੀ ਇੱਕ ਵਿਸ਼ੇਸ਼ਤਾ ਹੁੰਦੀ ਹੈ। ਜਿਵੇਂ ਨਾਰਮਲ ਸਕਿਨ ਜਾਂ ਸਧਾਰਨ ਚਮੜੀ ਨਾ ਤਾਂ ਬਹੁਤ ਜ਼ਿਆਦਾ ਤੇਲੀਆ ਹੁੰਦੀ ਹੈ ਤੇ ਨਾ ਹੀ ਬਹੁਤ ਜ਼ਿਆਦਾ ਖੁਸ਼ਕ ਹੁੰਦੀ ਹੈ। ਇਸ ਵਿੱਚ ਤੇਲ ਪਾਣੀ ਦੀ ਮਾਤਰਾ ਸੰਤੁਲਿਤ ਹੁੰਦੀ ਹੈ। ਇਸ ਵਿੱਚ ਮੁਸਾਮਾਂ ਦਾ ਆਕਾਰ ਛੋਟਾ ਤੇ ਦਰਮਿਆਨਾ ਹੁੰਦਾ ਹੈ। ਚੰਗੇ ਰਕਤਚਾਪ ਕਾਰਨ ਚਮੜੀ ਦਾ ਰੰਗ ਤੰਦਰੁਸਤ, ਨਮੀ ਦੀ ਚੰਗੀ ਮਾਤਰਾ ਤੇ ਛੂਹਣ ਤੇ ਨਾ ਜ਼ਿਆਦਾ ਸਖਤ ਤੇ ਨਾ ਜ਼ਿਆਦਾ ਨਰਮ। ਡਰਾਈ ਸਕਿਨ ਜਾਂ ਖੁਸ਼ਕ ਚਮੜੀ ਵਿੱਚ ਨਮੀ ਤੇ ਥੰਧਿਆਈ ਦੋਵੇਂ ਹੀ ਘੱਟ ਹੁੰਦੇ ਹਨ ਕਿਉਂਕਿ ਥੰਧਿਆਈ ਚਮੜੀ ਤੋਂ ਵਾਸ਼ਪਾਂ ਰਾਹੀਂ ਉੱਡ ਜਾਂਦੀ ਹੈ। ਇਸ ਵਿੱਚ ਛੋਟੇ ਤੇ ਸਖਤ ਮੁਸਾਮ, ਪੇਪੜੀ ਵਾਲੀ ਪਤਲੀ ਚਮੜੀ, ਨਮੀ ਦੀ ਘੱਟ ਮਾਤਰਾ, ਵਧੀਆ ਬਣਤਰ ਪਰ ਚਮੜੀ ਪਤਲੀ ਦਿਸਦੀ ਹੈ। ਸਮੇਂ ਤੋਂ ਪਹਿਲਾਂ ਬੁੱਢੇ ਹੋਣ ਦੇ ਸੰਕੇਤ, ਵਿਸ਼ੇਸ਼ ਤੌਰ 'ਤੇ ਅੱਖਾਂ ਦੇ ਦੁਆਲੇ। ਸੈਂਸਿਟਿਵ ਸਕਿਨ, ਇਹ ਛੋਹਣ 'ਤੇ ਲਾਲ ਹੋ ਜਾਂਦੀ ਹੈ, ਵਿਸ਼ੇਸ਼ ਕਰਕੇ ਗੱਲ੍ਹਾਂ ਤੋਂ ਕੋਸ਼ਿਕਾਵਾਂ ਟੁੱਟ ਜਾਂਦੀਆਂ ਹਨ। ਗੂੜਾ ਰੰਗ ਤੇ ਛੋਹਣ ਦੇ ਨਾਲ ਲਾਲ ਹੋ ਜਾਂਦੀ ਹੈ। ਕੰਬੀਨੇਸ਼ਨ ਸਕਿਨ ਜਾਂ ਮਿਲੀ ਜੁਲੀ ਚਮੜੀ, ਟੀ ਜ਼ੋਨ ਵਿਚਲੇ ਮੁਸਾਮ ਚਿਹਰੇ ਦੇ ਬਾਕੀ ਭਾਗਾਂ ਦੇ ਮੁਸਾਮਾਂ ਤੋਂ ਵੱਡੇ ਹੁੰਦੇ ਹਨ। ਟੀ ਜ਼ੋਨ ਵਿੱਚ ਮੁਸਾਮਾਂ ਦੇ ਇਕੱਠ ਹੋਣ ਦਾ ਝੁਕਾਅ ਬਣ ਜਾਂਦਾ ਹੈ। ਆਇਲੀ ਸਕਿਨ, ਇਸ ਚਮੜੀ ਦੀ ਕਿਸਮ ਵਿੱਚ ਝੁਰੜੀਆਂ ਪੈਣ ਤੇ ਬੁਢਾਪੇ ਦੇ ਹੋਰ ਲੱਛਣ ਛੇਤੀ ਪ੍ਰਗਟ ਹੋਣ ਦਾ ਖਤਰਾ ਘੱਟ ਹੁੰਦਾ ਹੈ। ਨਮੀ ਦੀ ਜ਼ਿਆਦਾ ਮਾਤਰਾ ਕਾਰਨ ਖੁੱਲ੍ਹੇ ਮੁਸਾਮ ਤੇ ਕਮਜ਼ੋਰ ਚਮੜੀ ਬਣਤਰ, ਸੀਬਮ ਨਾਲ ਪੀਲੀ ਹੋਈ ਚਮੜੀ ਨਾਲ ਉੱਪਰਲੀ ਤਹਿ ਤੇ ਮਰੇ ਹੋਏ ਸੈੱਲ ਆ ਜਾਂਦੇ ਹਨ। ਥੰਧਿਆਈ ਕਾਰਨ ਚਮੜੀ ਨੂੰ ਖੁਸ਼ਕੀ ਤੋਂ ਬਚਾਉਂਦੀ ਹੈ। ਮੈਚਿਓਰ ਸਕਿਨ ਨੂੰ ਦੋ ਫੈਕਟਰਸ ਅਫੈਕਟ ਕਰਦੇ ਹਨ, ਹੈਰੀਡਿਟਰੀ ਤੇ ਇਨਵਾਇਰਮੈਂਟਲ। ਹੈਰੀਡਿਟਰੀ ਇੰਟਰਨਲ ਹੁੰਦਾ ਹੈ ਤੇ ਇਸਦਾ ਕੋਈ ਹੱਲ ਨਹੀਂ ਹੁੰਦਾ। ਇਨਵਾਇਰਮੈਂਟਲ ਫੈਕਟਰ ਜਿਵੇਂ ਕਿ ਡਰਿੰਕਿੰਗ, ਸਮੋਕਿੰਗ, ਪੋਲਿਊਸ਼ਨ, ਯੂਵੀ ਰੇਜ਼ ਕਾਰਨ ਹੁੰਦਾ ਹੈ। ਇਸ ਦੇ ਵਿੱਚ ਹੋਰ ਵੀ ਬਹੁਤ ਸਾਰੇ ਫੈਕਟਰਸ ਹੁੰਦੇ ਹਨ ਜਿਵੇਂ ਸਕਿਨ ਸੈਲਸ, ਏਜ ਸਪੌਟਸ, ਬਰੂਜ਼ਿੰਗ ਆਫ ਸਕਿਨ, ਫਾਰਮੇਸ਼ਨ ਆਫ ਰਿੰਕਲਸ, ਡਰਾਈ ਸਕਿਨ, ਸ਼ਰਿੰਕਿੰਗ ਆਫ ਮਸਲਸ ਤੇ ਬੋਨ ਲੋਸ। ਇਸ ਵਿੱਚ ਏਜਿੰਗ ਸੈਲਸ ਸ਼ੁਰੂ ਹੋ ਜਾਂਦੇ ਹਨ। ਸਕਿਨ ਦੀ ਮਰੀ ਹੋਈ ਚਮੜੀ ਉਤਰਨੀ ਹੌਲੀ ਹੋ ਜਾਂਦੀ ਹੈ ਅਤੇ ਨਵੀਂ ਪਰਤ ਬਣਨੀ ਘੱਟ ਜਾਂਦੀ ਹੈ, ਜਿਸ ਕਾਰਨ ਆਪਣੇ ਚਿਹਰੇ 'ਤੇ ਝੁਰੜੀਆਂ ਅਤੇ ਫਾਈਨ ਲਾਈਨਸ ਪੈ ਜਾਂਦੀਆਂ ਹਨ। ਸਕਿਨ ਦੇ ਉੱਪਰ ਏਜ ਸਪੌਟਸ ਜਿਵੇਂ ਕਿ ਧੁੱਪ ਕਰਕੇ ਪੈ ਜਾਂਦੇ ਹਨ। ਇਹ ਜਾਂ ਭੂਰੇ ਰੰਗ ਦੇ ਹੁੰਦੇ ਹਨ ਤੇ ਹੌਲੀ ਹੌਲੀ ਸਾਡੀ ਚਮੜੀ ਪਤਲੀ ਹੋ ਜਾਂਦੀ ਹੈ। ਕੋਲਾਜਨ ਘੱਟ ਬਣਨ ਕਾਰਨ ਇਲਾਸਟਿਸਿਟੀ ਘੱਟ ਜਾਂਦੀ ਹੈ ਤੇ ਝੁਰੜੀਆਂ ਪੈ ਜਾਂਦੀਆਂ ਹਨ ਅਤੇ ਉਮਰ ਦੇ ਵਾਧੇ ਨਾਲ ਸਾਡੇ ਚਿਹਰੇ ਦੇ ਪੱਠੇ ਅਤੇ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ। ਇਸ ਕਰਕੇ ਸਾਡੀ ਚਮੜੀ ਲਟਕ ਜਾਂਦੀ ਹੈ। ਇਸ ਤੋਂ ਬਚਾਅ ਲਈ ਸਾਨੂੰ ਆਪਣੀ ਚਮੜੀ ਨੂੰ ਨਮੀ ਯੁਕਤ ਰੱਖਣਾ ਚਾਹੀਦਾ ਹੈ, ਜਿਸ ਲਈ ਸਾਨੂੰ ਮਾਸਕ ਦੀ ਜ਼ਰੂਰਤ ਪੈਂਦੀ ਹੈ। ਮਾਸਕ ਕੀ ਹੁੰਦੇ ਹਨ? ਇਹ ਇੱਕ ਤਰ੍ਹਾਂ ਦੀ ਇਲਾਜ ਵਿਧੀ ਹੈ ਜੋ ਸਾਡੀ ਚਮੜੀ ਨੂੰ ਗਹਿਰਾਈ ਤੱਕ ਜਾ ਕੇ ਨਮੀ ਦਿੰਦੀ ਹੈ, ਜਿੱਥੇ ਤੱਕ ਨਮੀ ਨਹੀਂ ਪਹੁੰਚ ਸਕਦੀ। ਤੇ ਹੁਣ ਆਪਾਂ ਗੱਲ ਕਰਾਂਗੇ ਵੱਖ-ਵੱਖ ਮਾਸਕ ਦੀ। ਸਭ ਤੋਂ ਪਹਿਲਾਂ ਹੁੰਦਾ ਹੈ ਕਲੇ ਮਾਸਕ, ਪੀਲ ਆਫ ਮਾਸਕ, ਕਰੀਮ ਮਾਸਕ, ਥਰਮਲ ਮਾਸਕ, ਵਾਰਮ ਆਇਲ ਮਾਸਕ ਤੇ ਨੈਚੁਰਲ ਮਾਸਕ। ਕਲੇ ਮਾਸਕ ਇਹ ਨਾਰਮਲ ਤੋਂ ਆਇਲੀ ਸਕਿਨ ਵਾਲਿਆਂ ਵਾਸਤੇ ਹੁੰਦਾ ਹੈ। ਇਸ ਵਿੱਚ ਇੱਕ ਕੁਦਰਤੀ ਕਲੇ ਹੁੰਦਾ ਹੈ ਜੋ ਚਮੜੀ ਦੇ ਮੁਸਾਮਾਂ ਨੂੰ ਸਾਫ਼ ਕਰਕੇ ਸਕਿਨ ਨੂੰ ਟਾਈਟ ਕਰ ਦਿੰਦਾ ਹੈ। ਪੀਲ ਆਫ ਮਾਸਕ ਇਹ ਜੈਲ ਦੇ ਰੂਪ ਵਿੱਚ ਹੁੰਦਾ ਹੈ। ਇਹ ਬਲੱਡ ਸਰਕੂਲੇਸ਼ਨ ਲਈ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਇਹ ਡਰਾਈ ਸਕਿਨ ਲਈ ਵੀ ਸਭ ਤੋਂ ਵਧੀਆ ਹੁੰਦਾ ਹੈ। ਕਰੀਮ ਮਾਸਕ ਇਹ ਨਾਰਮਲ ਤੋਂ ਡਰਾਈ ਸਕਿਨ ਵਾਲਿਆਂ ਲਈ ਹੁੰਦਾ ਹੈ। ਇਹ ਚਮੜੀ ਨੂੰ ਨਰਮ ਕਰਨ ਲਈ ਹੁੰਦਾ ਹੈ ਤੇ ਨਮੀ ਦੇਣ ਲਈ ਹੁੰਦਾ ਹੈ। ਥਰਮਲ ਮਾਸਕ ਇਹ ਸਾਡੇ ਚਿਹਰੇ ਨੂੰ ਗਰਮਾਹਟ ਦੇ ਕੇ ਸਾਡੇ ਚਿਹਰੇ ਦੇ ਪੋਰਸ ਨੂੰ ਖੋਲ੍ਹ ਦਿੰਦਾ ਹੈ ਤੇ ਸਾਡੇ ਮੁਸਾਮ ਯਾਨੀ ਪੋਰਸ ਉਹ ਸਾਹ ਲੈਣ ਲੱਗਦੇ ਹਨ ਤੇ ਉਹਨਾਂ ਨੂੰ ਸਾਫ਼ ਕਰ ਦਿੱਤਾ ਜਾਂਦਾ ਹੈ। ਵਾਰਮ ਆਇਲ ਮਾਸਕ ਇਸ ਵਿੱਚ ਕਈ ਲਾਭਕਾਰੀ ਤੇਲ ਜਿਵੇਂ ਓਲੀਵ ਆਇਲ, ਵਿਟਾਮਿਨ ਆਇਲ, ਬਦਾਮਾਂ ਦਾ ਤੇਲ ਉਹਨਾਂ ਨੂੰ ਮਿਲਾ ਕੇ ਚਿਹਰੇ ਦੀ ਚਮੜੀ ਨੂੰ ਨਰਮ ਤੇ ਚਮਕਦਾਰ ਬਣਾਇਆ ਜਾਂਦਾ ਹੈ। ਨੈਚੁਰਲ ਮਾਸਕ
ਇਹ ਸਾਡੇ ਫੁੱਲਾਂ ਫਲਾਂ ਅਤੇ ਹਰਬਸ ਆਦਿ ਨੂੰ ਮਿਲਾ ਕੇ ਚਿਹਰੇ ਦੇ ਉੱਪਰ ਲਗਾਇਆ ਜਾਂਦਾ ਹੈ, ਜਿਵੇਂ ਪਪਾਇਆ, ਕਕੰਬਰ ਆਦਿ। ਇਸੇ ਤਰ੍ਹਾਂ ਹੀ ਹਰ ਮਾਸਕ ਦੀ ਆਪਣੀ ਵਿਸ਼ੇਸ਼ਤਾ ਹੈ, ਪਰੰਤੂ ਇਹਨਾਂ ਵਿੱਚੋਂ ਸਭ ਤੋਂ ਮਨ ਭਾਉਂਦੇ ਅਤੇ ਵਧੀਆ ਨੈਚੁਰਲ ਮਾਸਕ ਨੂੰ ਮੰਨਿਆ ਜਾਂਦਾ ਹੈ। ਨੈਚੁਰਲ ਮਾਸਕ ਘਰ ਦੇ ਖਾਣ ਪੀਣ ਦੀ ਸਮੱਗਰੀ ਜਿਵੇਂ ਫਲ, ਸਬਜ਼ੀਆਂ, ਸ਼ਹਿਦ, ਬੇਸਨ ਆਦਿ ਤੋਂ ਬਣ ਜਾਂਦੇ ਹਨ। ਹੁਣ ਆਪਾਂ ਗੱਲ ਕਰਾਂਗੇ ਘਰ ਦੇ ਸਮਾਨ ਜਿਨ੍ਹਾਂ ਨੂੰ ਮਿਲਾ ਕੇ ਘਰੇਲੂ ਅਤੇ ਨੈਚੁਰਲ ਮਾਸਕ ਬਣਾਏ ਜਾਂਦੇ ਹਨ। ਉਹ ਹਨ ਜਿਵੇਂ ਅੱਧਾ ਕੱਪ ਗਰਮ ਪਾਣੀ ਲਵੋ, ਉਸ ਵਿੱਚ 1/3 ਓਟਮੀਲ ਪਾਓ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰੋ ਅਤੇ ਪਿਆ ਰਹਿਣ ਦਿਓ। ਜਦੋਂ ਉਹ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਅਤੇ ਇਸ ਵਿੱਚ 2 ਚਮਚ ਦਹੀਂ ਅਤੇ 2 ਚਮਚ ਸ਼ਹਿਦ ਅਤੇ 1 ਅੰਡਾ ਮਿਕਸ ਕਰੋ। ਹੁਣ ਇਸ ਨੂੰ 10 ਤੋਂ 15 ਮਿੰਟ ਲਈ ਪਿਆ ਰਹਿਣ ਦਿਓ। ਇਸ ਤੋਂ ਬਾਅਦ ਆਪਣੇ ਚਿਹਰੇ 'ਤੇ ਲਗਾਓ ਅਤੇ ਇਸ ਨੂੰ 20 ਮਿੰਟ ਲਈ ਰੱਖੋ ਅਤੇ ਫਿਰ ਤਾਜ਼ਾ ਪਾਣੀ ਨਾਲ ਮੂੰਹ ਧੋ ਲਵੋ। ਇਸੇ ਤਰ੍ਹਾਂ ਹੀ ਇੱਕ ਹੋਰ ਹੈ, ਜਿਵੇਂ 2 ਚਮਚ ਸ਼ਹਿਦ ਲਵੋ ਅਤੇ ਇਸ ਵਿੱਚ 1 ਚਮਚ ਹਲਦੀ ਮਿਕਸ ਕਰੋ ਅਤੇ ਇੱਕ ਪੇਸਟ ਬਣਾ ਲਓ। ਇਹ ਆਇਲੀ ਸਕਿਨ ਲਈ ਯਾਨੀ ਤੇਲੀਆ ਸਕਿਨ ਲਈ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ। ਇਸੇ ਤਰ੍ਹਾਂ ਹੀ ਐਲੋਵੇਰਾ ਜੈਲ, ਇਹ ਚਮੜੀ ਅਤੇ ਵਾਲਾਂ ਦੋਨਾਂ ਲਈ ਹੀ ਬਹੁਤ ਜ਼ਿਆਦਾ ਲਾਭਕਾਰੀ ਹੁੰਦਾ ਹੈ। ਐਲੋਵੇਰਾ ਜੈਲ ਜਾਂ ਘਈਆ ਕੁਮਾਰੀ, ਇਸ ਦੇ ਅੰਦਰ ਵਾਲਾ ਜੈਲ ਕੱਢ ਲਿਆ ਜਾਂਦਾ ਹੈ ਅਤੇ ਇਸ ਦੇ ਜੈਲ ਨੂੰ ਕੱਚ ਦੀ ਸ਼ੀਸ਼ੀ ਵਿੱਚ ਡੱਬੀ ਵਿੱਚ ਭਰ ਕੇ ਰੱਖਿਆ ਜਾ ਸਕਦਾ ਹੈ। ਇਸ ਨੂੰ ਰਾਤ ਨੂੰ ਲਗਾ ਕੇ ਸੋ ਜਾਵੋ ਅਤੇ ਸਵੇਰੇ ਉੱਠ ਕੇ ਤਾਜ਼ੇ ਪਾਣੀ ਨਾਲ ਮੂੰਹ ਧੋ ਕੇ ਯੁਕਤ ਕਰੀਮ ਲਗਾ ਲਵੋ। ਇਹ ਚਿਹਰੇ ਦੀ ਚਮੜੀ ਦੀਆਂ ਬਹੁਤ ਸਾਰੀ ਸਮੱਸਿਆਵਾਂ ਜਾਂ ਪ੍ਰੋਬਲਮ ਦਾ ਹੱਲ ਕਰ ਦਿੰਦਾ ਹੈ। ਇਸ ਵਿੱਚ ਥੋੜ੍ਹੀ ਜਿਹੀ ਹਲਦੀ ਵੀ ਮਿਕਸ ਕੀਤੀ ਜਾ ਸਕਦੀ ਹੈ। ਇਸੇ ਤਰ੍ਹਾਂ ਰਸੋਈ ਦੇ ਵਿੱਚ ਪਾਈ ਜਾਣ ਵਾਲੀਆਂ ਚੀਜ਼ਾਂ ਜਿਵੇਂ ਟਮਾਟਰ, ਆਲੂ, ਇਹ ਚਮੜੀ ਲਈ ਬਹੁਤ ਗੁਣਕਾਰੀ ਹਨ। ਇਹਨਾਂ ਨੂੰ ਸਨਟੈਨ ਜਾਂ ਧੁੱਪ ਤੋਂ ਜਲੀ ਹੋਈ ਚਮੜੀ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ। ਇਸੇ ਤਰ੍ਹਾਂ ਹੀ ਦਹੀਂ ਚਮੜੀ ਅਤੇ ਵਾਲਾਂ ਦੋਨਾਂ ਲਈ ਹੀ ਬਹੁਤ ਲਾਭਕਾਰੀ ਹੁੰਦਾ ਹੈ। ਬੇਸਨ ਤੋਂ ਅਸੀਂ ਉਬਟਨ ਤਿਆਰ ਕਰ ਸਕਦੇ ਹਾਂ। ਇਹ ਉਬਟਨ ਬਹੁਤ ਪੁਰਾਣੇ ਸਮੇਂ ਤੋਂ ਚੱਲਦਾ ਆ ਰਿਹਾ ਹੈ। ਇਸ ਵਿੱਚ ਹਲਦੀ, ਕੱਚਾ ਦੁੱਧ ਜਾਂ ਦਹੀਂ ਮਿਲਾਇਆ ਜਾਂਦਾ ਹੈ। ਇਹ ਸਾਡੇ ਚਿਹਰੇ ਦੀ ਰੰਗਤ ਨਿਖਾਰਨ ਲਈ ਬਹੁਤ ਲਾਭਕਾਰੀ ਹੁੰਦਾ ਹੈ। ਮਾਸਕ ਲਗਾਉਣ ਲਈ ਸਾਨੂੰ ਕਈ ਸਾਵਧਾਨੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ, ਜਿਵੇਂ ਕਿ ਮਾਸਕ 20 ਮਿੰਟ ਤੋਂ ਜ਼ਿਆਦਾ ਨਹੀਂ ਲਗਾਉਣਾ ਚਾਹੀਦਾ। ਇਹ 1 ਹਫ਼ਤੇ ਵਿੱਚ 3 ਵਾਰ ਤੋਂ ਵੱਧ ਨਹੀਂ ਲਗਾਉਣਾ ਚਾਹੀਦਾ। ਇਸ ਵਿੱਚ 1 ਦਿਨ ਦਾ ਗੈਪ ਹੋਣਾ ਚਾਹੀਦਾ ਹੈ ਜਾਂ 1 ਦਿਨ ਛੱਡ ਕੇ ਲਗਾਉਣਾ ਚਾਹੀਦਾ ਹੈ। ਇਸ ਨੂੰ ਹਰ ਰੋਜ਼ ਨਹੀਂ ਲਗਾਉਣਾ ਚਾਹੀਦਾ। ਮਾਸਕ ਲਗਾਉਣ ਤੋਂ ਪਹਿਲਾਂ ਚਿਹਰੇ ਨੂੰ ਚੰਗੀ ਤਰ੍ਹਾਂ ਕਲੀਨਜ਼ ਜਾਂ ਸਾਫ਼ ਕਰ ਲੈਣਾ ਚਾਹੀਦਾ ਹੈ। ਮਾਸਕ ਹਮੇਸ਼ਾ ਸਾਫ਼ ਹੱਥਾਂ ਜਾਂ ਸਾਫ਼ ਬ੍ਰਸ਼ ਨਾਲ ਹੀ ਲਗਾਉਣਾ ਚਾਹੀਦਾ ਹੈ। ਮਾਸਕ ਹਮੇਸ਼ਾ ਉੱਪਰ ਦੀ ਦਿਸ਼ਾ ਵੱਲ ਨੂੰ ਲਗਾਉਣਾ ਚਾਹੀਦਾ ਹੈ ਤਾਂ ਜੋ ਇਸ ਦੇ ਨਾਲ ਬਲੱਡ ਸਰਕੂਲੇਸ਼ਨ ਵੱਧ ਸਕੇ ਜਾਂ ਖੂਨ ਦਾ ਦੌਰਾ ਵੱਧਦਾ ਹੈ। ਜੇਕਰ ਮਾਸਕ ਵਿੱਚ ਐਕਸਫੋਲੀਏਟ ਕਰਨ ਦੇ ਗੁਣ ਨਹੀਂ ਹੈ ਤਾਂ ਪਹਿਲਾਂ ਚਮੜੀ ਨੂੰ ਐਕਸਫੋਲੀਏਟ ਕਰ ਲੈਣਾ ਚਾਹੀਦਾ ਹੈ। ਕੁਝ ਮਾਸਕ ਪਾਣੀ ਨਾਲ ਧੋਤੇ ਜਾਂਦੇ ਹਨ, ਕਈ ਰੂਹ ਨਾਲ ਸਾਫ਼ ਕੀਤੇ ਜਾਂਦੇ ਹਨ। ਇਸ ਲਈ ਸਾਨੂੰ ਸਾਰੀ ਇੰਸਟਰਕਸ਼ਨਸ ਨੂੰ ਪੜ੍ਹ ਕੇ ਹੀ ਇਸ ਨੂੰ ਅਪਲਾਈ ਕਰਨਾ ਚਾਹੀਦਾ ਹੈ। ਮਾਸਕ ਉਤਾਰਨ ਤੋਂ ਬਾਅਦ ਹਮੇਸ਼ਾ ਚਿਹਰੇ ਨੂੰ ਨਮੀ ਯੁਕਤ ਜ਼ਰੂਰ ਕਰਨਾ ਚਾਹੀਦਾ ਹੈ ਜਾਂ ਸਾਨੂੰ ਕਿਸੇ ਨਾ ਕਿਸੇ ਮੋਇਸਚਰਾਈਜ਼ਰ ਦੀ ਜ਼ਰੂਰਤ ਜ਼ਰੂਰ ਕਰਨੀ ਚਾਹੀਦੀ ਹੈ। ਬਲੈਕ ਹੈਡ ਅਤੇ ਵਾਈਟ ਹੈਡ, ਇਹ ਇੱਕ ਕਿਲ ਦੀ ਤਰ੍ਹਾਂ ਦੇ ਹੁੰਦੇ ਹਨ ਜਿਹੜੇ ਕਿ ਚਿੱਟੇ ਜਾਂ ਕਾਲੇ ਰੰਗ ਦੇ ਹੁੰਦੇ ਹਨ। ਇਹ ਸਾਡੇ ਚਿਹਰੇ, ਗਰਦਨ, ਮੋਢੇ ਕਿਤੇ ਵੀ ਹੋ ਸਕਦੇ ਹਨ। ਇਸ ਦਾ ਮੁੱਖ ਕਾਰਨ ਮਰੇ ਹੋਏ ਸੈੱਲ ਦਾ ਚਮੜੀ ਉੱਤੇ ਰਹਿ ਜਾਣਾ ਜਾਂ ਬਹੁਤ ਜ਼ਿਆਦਾ ਆਇਲ ਬਣਨਾ। ਇਹਨਾਂ ਨੂੰ ਦੂਰ ਕਰਨ ਲਈ ਅਤੇ ਚਿਹਰੇ ਤੋਂ ਹਟਾਉਣ ਦੇ 2 ਤਰੀਕੇ ਹਨ, ਰਾਊਂਡ ਲੂਪ ਐਕਸਟ੍ਰੈਕਟਰ ਅਤੇ ਬਲੈਕ ਹੈਡ ਸਕਸ਼ਨ ਰਿਮੂਵਰ। ਰਾਊਂਡ ਲੂਪ ਐਕਸਟ੍ਰੈਕਟਰ ਇਹ ਇੱਕ ਮੈਟਲ ਦਾ ਹੁੰਦਾ ਹੈ ਜਿਹੜਾ ਕਿ ਚਮੜੀ ਨੂੰ ਨੁਕਸਾਨ ਕੀਤੇ ਬਿਨਾਂ ਪੋਰ ਦੇ ਵਿੱਚੋਂ ਗੰਦਗੀ ਬਾਹਰ ਕੱਢ ਦਿੰਦਾ ਹੈ। ਇਸ ਵਿੱਚ ਸਟੀਮ ਦੀ ਵਰਤੋਂ ਕੀਤੀ ਜਾਂਦੀ ਹਨ
ਆਇਲੀ ਸਕਿਨ ਵਾਲੇ ਦੇ ਬਾਅਦ ਵਿੱਚ ਟੋਨਰ ਲਗਾਉਣਾ ਚਾਹੀਦਾ ਹੈ ਤਾਂ ਜੋ ਪੋਰਸ ਨੂੰ ਬੰਦ ਕੀਤਾ ਜਾ ਸਕੇ। ਇਹ ਇੱਕ ਲੋਹੇ ਦੇ ਕਿੱਲ ਵਰਗਾ ਹੁੰਦਾ ਹੈ ਜਿਸ ਦੇ ਮੂੰਹ ਤੇ ਇੱਕ ਛੋਟਾ ਜਿਹਾ ਗੋਲਾ ਬਣਿਆ ਹੁੰਦਾ ਹੈ ਤੇ ਉਸ ਨੂੰ ਬਲੈਕ ਹੈਡ ਦੇ ਆਲੇ ਦੁਆਲੇ ਰੱਖ ਕੇ ਦਬਾਅ ਪਾ ਕੇ ਕੱਢਿਆ ਜਾਂਦਾ ਹੈ। ਇਹ ਇੱਕ ਸਸਤਾ ਤੇ ਆਮ ਪ੍ਰਯੋਗ ਵਿੱਚ ਲਿਆਉਣ ਵਾਲਾ ਤਰੀਕਾ ਹੈ। ਇਸ ਦੇ ਵਿੱਚ ਸਭ ਤੋਂ ਪਹਿਲਾਂ ਸਟੀਮ ਦੇ ਕੇ ਚਿਹਰੇ ਦੀ ਚਮੜੀ ਨੂੰ ਨਰਮ ਕੀਤਾ ਜਾਂਦਾ ਹੈ। ਬਲੈਕ ਹੈਡ ਸਕਸ਼ਨ ਰਿਮੂਵਰ ਇਹ ਇੱਕ ਛੋਟਾ ਜਿਹਾ ਵੈਕਿਊਮ ਵਰਗਾ ਹੁੰਦਾ ਹੈ ਜੋ ਆਪਣੇ ਪੋਰਸ ਤੋਂ ਸਾਰੀ ਗੰਦਗੀ ਖਿੱਚ ਲੈਂਦਾ ਹੈ। ਸਕਿਨ ਵਾਰਮਿੰਗ ਇਸ ਵਿੱਚ ਚਿਹਰੇ ਤੇ ਭਾਫ਼ ਦਿੱਤੀ ਜਾਂਦੀ ਹੈ। ਇਸ ਵਿੱਚ ਇੱਕ ਸਟੀਮਰ ਵਿੱਚ ਪਾਣੀ ਪਾਇਆ ਜਾਂਦਾ ਹੈ ਤੇ ਭਾਫ਼ ਦੇ ਰੂਪ ਵਿੱਚ ਦੇ ਦਿੱਤੀ ਜਾਂਦੀ ਹੈ। ਇਸ ਵਿੱਚ ਚਮੜੀ ਦੇ ਪੋਰਸ ਖੁੱਲ੍ਹ ਜਾਂਦੇ ਹਨ। ਇਸ ਦੇ ਨਾਲ ਬਲੱਡ ਸਰਕੂਲੇਸ਼ਨ ਵਧੀਆ ਹੋ ਜਾਂਦੀ ਹੈ। ਗੰਦਗੀ ਨੂੰ ਬਾਹਰ ਕੱਢਣ ਵਿੱਚ ਮਦਦ ਮਿਲਦੀ ਹੈ। ਵਾਈਟ ਹੈਡ ਐਕਸਟ੍ਰੈਕਸ਼ਨ ਵਾਈਟ ਹੈਡਸ ਮਰੇ ਹੋਏ ਸੈੱਲ ਕਾਰਨ ਬਣਦੇ ਹਨ। ਜਦੋਂ ਸੀਬਮ ਤੇ ਧੂੜ ਮਿੱਟੀ ਪੋਰਸ ਨੂੰ ਬੰਦ ਕਰ ਦਿੰਦੇ ਹਨ। ਬਲੈਕ ਹੈਡਸ ਖਿੱਚ ਕੇ ਕੱਢੇ ਜਾ ਸਕਦੇ ਹਨ ਪਰ ਵਾਈਟ ਹੈਡਸ ਖਿੱਚ ਕੇ ਕੱਢੇ ਨਹੀਂ ਜਾ ਸਕਦੇ। ਸਕਿਨ ਵਾਰਮਿੰਗ ਜਾਂ ਸਟੀਮ ਦੇ ਬਹੁਤ ਸਾਰੇ ਫਾਇਦੇ ਹਨ। ਇਹ ਸਾਡੇ ਲਈ ਬਹੁਤ ਲਾਭਕਾਰੀ ਹੈ। ਚਮੜੀ ਸਟੀਮ ਦੇਣ ਨਾਲ ਬਹੁਤ ਵਧੀਆ ਹੋ ਜਾਂਦੀ ਹੈ ਜਿਹੜੀ ਕਿ ਮਾਸਕ ਸੀਰਮ ਆਦਿ ਨਾਲ ਵੀ ਨਹੀਂ ਹੁੰਦੀ। ਇਹ ਸਾਡੇ ਖੂਨ ਦੇ ਦੌਰੇ ਨੂੰ ਤੇਜ਼ ਕਰ ਦਿੰਦੀ ਹੈ ਜਾਂ ਖੂਨ ਦੇ ਦੌਰੇ ਵਿੱਚ ਵਾਧਾ ਕਰ ਦਿੰਦੀ ਹੈ। ਇਹ ਪਸੀਨੇ ਰਾਹੀਂ ਸਾਡੀ ਗੰਦਗੀ ਨੂੰ ਬਾਹਰ ਕੱਢਦੀ ਹੈ। ਚਮੜੀ ਆਰਾਮਦਾਇਕ ਮਹਿਸੂਸ ਕਰਦੀ ਹੈ ਕਿਉਂਕਿ ਇਸ ਵਿੱਚ ਸਾਰੀ ਗੰਦਗੀ ਸਾਫ਼ ਹੋ ਜਾਂਦੀ ਹੈ। ਸਕਿਨ ਵਾਰਮਿੰਗ ਦੋ ਤਰੀਕੇ ਨਾਲ ਕੀਤੀ ਜਾਂਦੀ ਹੈ, ਹੌਟ ਟਾਵਲਸ ਤੇ ਸਟੀਮਰਸ। ਹੌਟ ਟਾਵਲਸ ਸਾਫ਼ ਤੌਲੀਏ ਨੂੰ ਗਰਮ ਪਾਣੀ ਵਿੱਚ ਭਿਗੋ ਕੇ ਨਿਚੋੜ ਕੇ ਚਿਹਰੇ 'ਤੇ ਰੱਖਿਆ ਜਾਂਦਾ ਹੈ। ਇਸ ਦਾ ਇੱਕ ਤਰੀਕਾ ਹੋਰ ਹੈ। ਇਸ ਵਿੱਚ ਇੱਕ ਬੜੇ ਬਾਉਲ ਦੇ ਵਿੱਚ ਗਰਮ ਪਾਣੀ ਲੈ ਲਿਆ ਜਾਂਦਾ ਹੈ ਅਤੇ ਉਸ ਦੇ ਵਿੱਚ ਅਸੈਂਸ਼ੀਅਲ ਆਇਲਸ ਪਾ ਕੇ ਤੌਲੀਏ ਨਾਲ ਮੂੰਹ ਢੱਕ ਕੇ ਬਰਤਨ ਦੇ ਵਿੱਚ ਮੂੰਹ ਰੱਖ ਕੇ ਉਸ ਤੋਂ ਸਟੀਮ ਲਿੱਤੀ ਜਾਂਦੀ ਹੈ। ਸਟੀਮਰਸ ਇਹ ਇੱਕ ਮਸ਼ੀਨ ਹੁੰਦੀ ਹੈ। ਇਸ ਮਸ਼ੀਨ ਵਿੱਚ ਪਾਣੀ ਪਾਇਆ ਜਾਂਦਾ ਹੈ, ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਉਹ ਪਾਣੀ ਦੀ ਭਾਫ਼ ਬਣ ਜਾਂਦੀ ਹੈ ਤੇ ਉਹੀ ਪਾਣੀ ਦੀ ਭਾਫ਼ ਚਿਹਰੇ ਦੇ ਉੱਪਰ ਸਿੱਧੀ ਦਿੱਤੀ ਜਾਂਦੀ ਹੈ। ਸਾਡੀ ਚਮੜੀ ਚਿਹਰੇ 'ਤੇ ਅਣਚਾਹੇ ਵਾਲਾਂ ਨੂੰ ਥਰੈਡਿੰਗ ਜਾਂ ਵੈਕਸਿੰਗ ਰਾਹੀਂ ਕੱਢਿਆ ਜਾ ਸਕਦਾ ਹੈ। ਬਲੀਚ ਵਿੱਚ ਮੈਲਾਨਿਨ ਨੂੰ ਡਿਸਟਰੋਏ ਕਰਕੇ ਜਾਂ ਖਤਮ ਕਰਕੇ ਚਮੜੀ ਦੇ ਵਾਲਾਂ ਨੂੰ ਰੰਗ ਦਿੱਤਾ ਜਾਂਦਾ ਹੈ ਤੇ ਇਹ ਲਾਈਟ ਜਾਂ ਰੌਸ਼ਨੀ ਪੈਣ 'ਤੇ ਗੋਲਡਨ ਦਿਖਾਈ ਦਿੰਦੇ ਹਨ। ਇਸ ਵਿੱਚ H2O2 ਤੇ ਅਮੋਨੀਆ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਲਈ ਸਭ ਤੋਂ ਮਹੱਤਵਪੂਰਨ ਹੈ ਤੇ ਸਭ ਤੋਂ ਪਹਿਲਾਂ ਜ਼ਰੂਰੀ ਹੈ ਪੈਚ ਟੈਸਟ। ਜਦੋਂ ਕਿਸੇ ਗਾਹਕ ਨੇ ਪਹਿਲੀ ਵਾਰੀ ਬਲੀਚ ਕਰਵਾਉਣੀ ਹੋਵੇ ਤਾਂ ਉਸ ਲਈ ਸਭ ਤੋਂ ਜ਼ਰੂਰੀ ਹੈ ਪੈਚ ਟੈਸਟ। ਇਸ ਵਿੱਚ ਇੱਕ ਚਮਚ ਬਲੀਚਿੰਗ ਕਰੀਮ ਤੇ 2-3 ਕਣ ਅਮੋਨੀਆ ਨੂੰ ਇੱਕ ਕੌਲੀ ਵਿੱਚ ਜਾਂ ਕਟੋਰੀ ਵਿੱਚ ਚੰਗੀ ਤਰ੍ਹਾਂ ਮਿਕਸ ਕੀਤਾ ਜਾਂਦਾ ਹੈ ਤੇ ਫਿਰ ਇਸ ਨੂੰ ਕੰਨ ਦੇ ਪਿੱਛੇ ਲਗਾਇਆ ਜਾਂਦਾ ਹੈ। 10-15 ਮਿੰਟ ਲਈ ਇੰਤਜ਼ਾਰ ਕਰੋ। ਗਾਹਕ ਨੂੰ ਪੁੱਛੋ ਕਿ ਉਸ ਨੂੰ ਕੋਈ ਖਾਰਿਸ਼ ਜਾਂ ਕੋਈ ਦਰਦ ਤਾਂ ਨਹੀਂ ਹੁੰਦਾ ਤੇ ਜੇ ਗਾਹਕ ਨੂੰ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਇਸ ਨੂੰ ਜਲਦੀ ਤੋਂ ਜਲਦੀ ਉਤਾਰ ਦਿਓ ਤੇ ਬਰਫ਼ ਦੀਆਂ ਟੁਕੜੀਆਂ ਰੱਖਣ ਲਈ ਦੇ ਦਿਓ। ਜੇਕਰ ਕਲਾਇੰਟ ਨੂੰ ਕੋਈ ਕੰਪਲੇਂਟ ਨਹੀਂ ਕਰਦਾ ਤਾਂ ਤੁਸੀਂ ਆਪਣਾ ਬਾਕੀ ਕੰਮ ਪੂਰਾ ਕਰ ਸਕਦੇ ਹੋ। ਹੁਣ ਅਸੀਂ ਗੱਲ ਕਰਾਂਗੇ ਕਿ ਸਾਨੂੰ ਬਲੀਚ ਕਰਨ ਲਈ ਕਿਸ ਸਮਾਨ ਦੀ ਜ਼ਰੂਰਤ ਹੈ। ਸਾਨੂੰ ਜਿਸ ਸਮਾਨ ਦੀ ਜ਼ਰੂਰਤ ਹੈ ਉਹ ਸਾਨੂੰ ਪਹਿਲਾਂ ਤੋਂ ਹੀ ਤਿਆਰ ਕਰਕੇ ਰੱਖ ਲੈਣਾ ਚਾਹੀਦਾ ਹੈ। ਯਾਦ ਰੱਖੋ, ਆਪਣੀ ਕੰਮ ਵਾਲੀ ਜਗ੍ਹਾ ਨੂੰ ਹਮੇਸ਼ਾ ਸਾਫ਼ ਸੁਥਰਾ ਰੱਖੋ ਤੇ ਟਰਾਲੀ ਤਿਆਰ ਕਰੋ ਤੇ ਆਪਣਾ ਸਾਰਾ ਸਮਾਨ ਪਹਿਲਾਂ ਹੀ ਕੱਢ ਕੇ ਰੱਖੋ। ਸਾਨੂੰ ਇਸ ਦੇ ਲਈ ਜਿਸ ਸਮਾਨ ਦੀ ਜ਼ਰੂਰਤ ਹੈ ਉਹ ਹੈ ਹੈਡਬੈਂਡ, ਮੀਡੀਅਮ ਅਤੇ ਸਮਾਲ ਸਾਈਜ਼ ਦੇ ਟਾਵਲ, ਕਲੀਨਜ਼ਿੰਗ ਮਿਲਕ ਚਿਹਰਾ ਸਾਫ਼ ਕਰਨ ਲਈ, ਆਈ ਪੈਡਸ ਜਿਵੇਂ ਕਿ ਟੀ ਬੈਗਸ, ਕਕੰਬਰ ਸਲਾਈਸਿਸ ਅੱਖਾਂ ਨੂੰ ਢੱਕਣ ਲਈ, ਕਾਟਨ ਪੀਸਿਸ, ਪਲਾਸਟਿਕ, ਗਲਾਸ ਔਰ ਸੈਰਾਮਿਕ ਬਾਉਲ, ਪਲੇਟ ਅਲੋਂਗ ਵਿਦ ਦ ਸਪੈਚੂਲਾ, ਬਲੀਚਿੰਗ ਕਰੀਮ ਅਤੇ ਅਮੋਨੀਆ, ਮੋਇਸਚਰਾਈਜ਼ਰ, ਲੈਕਟੋਕੈਲਾਮਾਈਨ, ਆਈਸ ਕਿਊਬਸ ਤੇ ਠੰਡਾ ਪਾਣੀ। ਬਲੀਚ ਸ਼ੁਰੂ ਕਰਨ ਤੋਂ ਪਹਿਲਾਂ ਗਾਹਕ ਤੋਂ
ਉਸ ਤੋਂ ਸਾਰੀ ਇਨਫੋਰਮੇਸ਼ਨ ਇਕੱਠੀ ਕਰੋ। ਆਰਾਮਦਾਇਕ ਕੁਰਸੀ 'ਤੇ ਬਿਠਾਓ, ਹੈਡ ਬੈਂਡ ਲਗਾਓ, ਕਲੀਨਜ਼ਿੰਗ ਮਿਲਕ ਨਾਲ ਚਿਹਰੇ ਅਤੇ ਗਰਦਨ ਨੂੰ ਸਾਫ਼ ਕਰੋ। 2-3 ਸਪੈਚੂਲਾ ਬਲੀਚ ਕਰੀਮ ਲਵੋ, ਉਸ ਵਿੱਚ 2-3 ਚੁਟਕੀ ਅਮੋਨੀਆ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ। ਸਭ ਤੋਂ ਪਹਿਲਾਂ ਲਿਪਸ ਜਾਂ ਬੁੱਲ੍ਹਾਂ ਦੇ ਆਲੇ ਦੁਆਲੇ ਲਗਾਓ ਤੇ ਬਾਕੀ ਫਿਰ ਸਾਰੇ ਚਿਹਰੇ 'ਤੇ। ਅੱਖਾਂ 'ਤੇ ਆਈ ਪੈਡਸ ਲਗਾਓ। 5 ਤੋਂ 7 ਮਿੰਟ ਲਈ ਰੁਕੋ, ਫਿਰ ਥੋੜ੍ਹੀ ਜਿਹੀ ਬਲੀਚ ਉਤਾਰ ਕੇ ਵੇਖੋ ਕਿ ਵਾਲਾਂ ਦਾ ਰੰਗ ਬਦਲਿਆ ਹੈ ਜਾਂ ਨਹੀਂ। ਜੇ ਨਹੀਂ ਤਾਂ 5 ਮਿੰਟ ਹੋਰ ਵੇਟ ਕਰੋ ਤੇ ਦੁਬਾਰਾ ਚੈੱਕ ਕਰੋ। ਹੁਣ ਸਪੈਚੂਲਾ ਨਾਲ ਬਲੀਚ ਨੂੰ ਉਤਾਰ ਦਿਓ। ਬਰਫ਼ ਦੇ ਟੁਕੜੇ ਨਾਲ ਚਿਹਰੇ ਨੂੰ ਤੇ ਗਰਦਨ ਨੂੰ ਸਾਫ਼ ਕਰੋ ਤੇ ਗਾਹਕ ਨੂੰ ਰਿਲੈਕਸੇਸ਼ਨ ਮਿਲ ਸਕੇ। ਮੋਇਸਚਰਾਈਜ਼ਰ ਲਗਾਓ ਤੇ ਅੰਤ ਵਿੱਚ ਲੈਕਟੋਕੈਲਾਮਾਈਨ ਜਾਂ SPF ਲਗਾਓ। ਬਲੀਚ ਕਰਨ ਦੇ ਕਈ ਫਾਇਦੇ ਤੇ ਨੁਕਸਾਨ ਹਨ। ਇਸ ਦੇ ਫਾਇਦੇ ਹਨ ਕਿ ਇਸ ਵਿੱਚ 10 ਮਿੰਟ ਵਿੱਚ ਹੀ ਨਤੀਜੇ ਦੇਖਣ ਨੂੰ ਮਿਲ ਜਾਂਦੇ ਹਨ। ਚਮੜੀ ਦੀ ਰੰਗਤ ਨੂੰ ਹਲਕਾ ਕਰ ਦਿੰਦੀ ਹੈ। ਧੁੱਪ ਤੋਂ ਹੋਣ ਵਾਲੀ ਟੈਨਿੰਗ ਨੂੰ ਵੀ ਦੂਰ ਕਰਦੀ ਹੈ। ਤੇ ਇਸ ਦੇ ਨੁਕਸਾਨ ਹਨ ਕਿ ਇਸ ਦਾ ਜ਼ਰੂਰਤ ਤੋਂ ਜ਼ਿਆਦਾ ਇਸਤੇਮਾਲ ਕਰਨ ਨਾਲ ਸਾਡੀ ਚਮੜੀ ਦੇ ਵਾਲਾਂ 'ਤੇ ਬਹੁਤ ਬੁਰਾ ਪ੍ਰਭਾਵ ਪੈ ਸਕਦਾ ਹੈ। ਬਲੀਚ ਵੀ ਬਹੁਤ ਤਰ੍ਹਾਂ ਦੀ ਹੁੰਦੀ ਹੈ। ਸਾਨੂੰ ਸਾਡੀ ਚਮੜੀ ਦੀ ਕਿਸਮ ਦੇ ਮੁਤਾਬਕ ਹੀ ਬਲੀਚ ਕਰਵਾਉਣੀ ਚਾਹੀਦੀ ਹੈ। ਬਲੀਚ ਦੀਆਂ ਕਿਸਮਾਂ ਵਿੱਚ ਆਉਂਦੀਆਂ ਹਨ D10 ਬਲੀਚ, ਫੇਸ ਵਾਈਟਨਿੰਗ ਬਲੀਚ, ਗੋਲਡ ਬਲੀਚ, ਡਾਇਮੰਡ ਬਲੀਚ, ਪਰਲ ਬਲੀਚ, ਦੁਲਹਨ ਲਈ ਬਲੀਚ, ਨੈਚੁਰਲ ਬਲੀਚ ਜਾਂ ਫਰੂਟ ਬਲੀਚ। ਜਿਸ ਦਾ ਰੰਗ ਸਾਫ਼ ਹੁੰਦਾ ਹੈ ਜਾਂ ਗੋਰਾ ਹੁੰਦਾ ਹੈ, ਉਸ ਦੇ ਉੱਪਰ ਕਿਸੇ ਵੀ ਤਰ੍ਹਾਂ ਦੀ ਬਲੀਚ ਕਰਵਾਈ ਜਾ ਸਕਦੀ ਹੈ, ਪਰੰਤੂ ਉਹਨਾਂ ਲਈ ਸਭ ਤੋਂ ਵਧੀਆ ਗੋਲਡ ਬਲੀਚ ਰਹਿੰਦੀ ਹੈ। ਪਰੰਤੂ ਜਿਨ੍ਹਾਂ ਦਾ ਰੰਗ ਕਣਕ ਭੰਨਾ ਹੁੰਦਾ ਹੈ ਜਾਂ ਹਲਕਾ ਗੂੜਾ ਹੁੰਦਾ ਹੈ, ਉਹਨਾਂ ਨੂੰ ਗੋਲਡ ਬਲੀਚ ਸੂਟ ਨਹੀਂ ਕਰਦੀ। ਇਹ ਉਹਨਾਂ ਦੇ ਚਿਹਰੇ 'ਤੇ ਪੀਲਾਪਨ ਦੇ ਦਿੰਦੀ ਹੈ। ਇਸ ਲਈ ਉਹਨਾਂ ਨੂੰ ਡਾਇਮੰਡ ਬਲੀਚ ਕਰਵਾਉਣੀ ਚਾਹੀਦੀ ਹੈ, ਜਿਹੜੀ ਕਿ ਉਹਨਾਂ ਦੀ ਚਮੜੀ ਲਈ ਜ਼ਿਆਦਾ ਵਧੀਆ ਰਹਿੰਦੀ ਹੈ, ਜਾਂ ਉਹ ਵਾਈਟਨਿੰਗ ਬਲੀਚ ਵੀ ਕਰਵਾ ਸਕਦੇ ਹਨ। ਸੈਂਸਿਟਿਵ ਸਕਿਨ ਵਾਲਿਆਂ ਲਈ ਜੈਲ ਵਿੱਚ ਅਮੋਨੀਆ ਮਿਕਸ ਕਰਕੇ ਬਲੀਚ ਕਰਵਾਈ ਜਾ ਸਕਦੀ ਹੈ। ਘੱਟ ਉਮਰ ਦੀ ਲੜਕੀਆਂ ਲਈ ਫਰੂਟ ਬਲੀਚ ਜਾਂ ਨੈਚੁਰਲ ਬਲੀਚ ਸਭ ਤੋਂ ਜ਼ਿਆਦਾ ਵਧੀਆ ਮੰਨੀ ਜਾਂਦੀ ਹੈ। ਉਮੀਦ ਹੈ ਹੁਣ ਤੁਸੀਂ ਚਮੜੀ ਦੀਆਂ ਪਰਤਾਂ, ਇਸ ਦੀਆਂ ਕਿਸਮਾਂ ਤੇ ਇਸ ਦੇ ਕੰਮ ਤੇ ਇਸ 'ਤੇ ਪੈਣ ਵਾਲੇ ਪ੍ਰਭਾਵ ਤੇ ਉਹਨਾਂ ਦੀ ਰੋਕਥਾਮ ਬਾਰੇ ਜਾਣੂ ਹੋ ਗਏ ਹੋਵੋਗੇ ਤੇ ਚਮੜੀ ਦੀ ਦੇਖਭਾਲ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ, ਇਸ ਬਾਰੇ ਦੂਜਿਆਂ ਨੂੰ ਵੀ ਜਾਣੂ ਕਰਵਾਓਗੇ। ਧੰਨਵਾਦ।